ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆਰ ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆਰ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਬਹੁਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੇ ਸਤਸੰਗੀ ਜਨੋਂ, ਸਾਹਿਬਾਂ ਦੀ ਅਪਾਰ ਕਿਰਪਾ ਸਦਕਾ ਲੜੀਵਾਰ ਭਗਤਾਂ ਦੀ ਬਾਣੀ ਦੀ ਵਿਚਾਰ ਇਸ ਸਥਾਨ 'ਤੇ ਚੱਲ ਰਹੀ ਹੈ। ਆਓ ਵਿਚਾਰ ਅਧੀਨ ਅੱਜ ਦਾ ਪਾਵਨ ਸ਼ਬਦ ਬਿਲਾਵਲ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਤੀਜਾ ਸ਼ਬਦ ਪਾਵਨ ਅੰਕ 855 ਦੇ ਉੱਤੇ ਦਰਜ ਹੈ। ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ ਅਜਹੂ ਵਿਕਾਰ ਨ ਛੋੜਈ ਪਾਪੀ ਮਨ ਮੰਦਾ। ਇਹ ਪਾਵਨ ਸ਼ਬਦ ਹੈ। ਆਓ ਇਸ ਸ਼ਬਦ ਦਾ ਮੂਲ ਪਾਠ ਸੰਗਤੀ ਰੂਪ ਦੇ ਵਿੱਚ ਕਰਦੇ ਹਾਂ ਤਾਂ ਕਿ ਬਾਣੀ ਦੀ ਸ਼ੁੱਧਤਾ ਅਤੇ ਬਾਣੀ ਸਾਡੇ ਕੰਨਾਂ ਵਿੱਚ ਪਵੇ ਤਾਂ ਕਿ ਵਿਚਾਰਨਾ ਇਸ ਸ਼ਬਦ ਨੂੰ ਸੌਖਾ ਹੋ ਜਾਏ। ਸੋ ਸਾਰਿਆਂ ਨੇ ਹੀ ਕਿਰਪਾ ਕਰਨੀ, ਪ੍ਰੇਮ ਸਹਿਤ ਸਾਹਿਬਾਂ ਨੂੰ ਝੁਕਾਓ ਸੀਸ, ਲਵਾਓ ਹਾਜ਼ਰੀਆਂ, ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਬਿਲਾਵਲ ਗ੍ਰਹਿ ਤਜ ਬਨ ਖੰਡ ਜਾਈਐ ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ ਚੁਨ ਖਾਈਐ ਕੰਦਾ ਅਜਹੁ ਵਿਕਾਰ ਨ ਛੋੜਈ ਅਜੂ ਵਿਕਾਰ ਨ ਛੋੜਈ ਪਾਪੀ ਮਨ ਮੰਦਾ ਪਾਪੀ मन मंदा क्यों छूटों कैसे तरों क्यों छूटों कैसे तरों भवजल निध भारी भवजल निध भारी राख राख मेरे बीठला राख राख मेरे बीठला जन शरण तुम्हारी जन शरण तुम्हारी रहाओ रहाओ विखे विखे की वासना बिखे बिखे की वासना तजी नह जाई तजी नह जाई अनेक जतन कर राखिए अनेक जतन कर राखिए फिर लपटाई फिर लपटाई
जरा जीवन जो बन गया, जरा जीवन जो बन गया। किछ किया नानी का, किछ किया नानिका। एह जियरा निर्मोल को, एह जियरा निर्मोल को। कोडी लग मीका, कौड़ी लग मीका। कहो कबीर मेरे माधवा, कहो कबीर मेरे माधवा। तुम सर्व व्यापी, तू सर्व व्यापी। तुम संसर नाही दयाल, तुम संसर नाही दयाल। मोहे संसर पापी, मोहे संसर पापी। कहो कबीर मेरे माधवा, कहो कबीर मेरे माधवा। तुम सर्व व्यापी, तू सर्व व्यापी। तुम संसर नाही दयाल, तुम संसर नहीं दयाल। तुम संसर नाही दयाल, तुम संसर नाही दयाल। मोहे संसर पापी, मोहे संसर पापी। वाहिगुरु जी का खालसा, वाहिगुरु जी की फतेह। इस शब्द ਦੇ ਰਾਹੀਂ ਭਗਤ ਕਬੀਰ ਸਾਹਿਬ ਜੀ ਪੁਰਾਣੀ ਮਾਤਾ ਨੂੰ ਸਮਝਾਉਣਾ ਚਾਹੁੰਦੇ ਹਨ ਕਿ ਮਨੁੱਖ ਕਿਤੇ ਵੀ ਚਲਾ ਜਾਏ ਪਰ ਬਾਹਰ ਦੀ ਕਿਸੇ ਘਰਿਆ ਦੇ ਰਾਹੀਂ ਭਾਵੇਂ ਉਹ ਜੰਗਲਾਂ ਚਲਾ ਜਾਏ, ਜਲ ਸਮਾਧੀਆਂ ਕਰੇ, ਇਕੱਲਾ ਬੈਠ ਜਾਏ, ਪਹਾੜਾਂ 'ਤੇ ਚੜ੍ਹ ਜਾਏ, ਜਿਹੜੀ ਇਹ ਵਾਸਨਾ ਹੈ ਇਹ ਮਨੁੱਖ ਹਰ ਥਾਂ 'ਤੇ ਜਾ ਕੇ ਘੇਰ ਲੈਂਦੀ ਹੈ। ਆਓ ਕਿ ਮਨੁੱਖ ਦਾ ਇਹ ਵਾਸਨਾ ਹਮੇਸ਼ਾ ਪਿੱਛਾ ਕਰਦੀ ਹੈ ਅਤੇ ਹਰ ਇੱਕ ਮਨੁੱਖ ਦਾ ਇਹ ਯਤਨ ਹੈ ਜੀਵਨ ਵਿੱਚ ਵੀ ਕਿਸੇ ਢੰਗ ਦੇ ਨਾਲ ਇਸ ਵਾਸਨਾ 'ਤੇ ਛੁਟਕਾਰਾ ਹੋਵੇ, ਇਸ ਵਾਸਨਾ 'ਤੇ ਬਚੀਏ। ਇਸ ਕਰਕੇ ਭਗਤ ਜੀ ਕਹਿ ਰਹੇ ਨੇ, हे मेरे प्रभु क्यों छूटों कैसे तरों भवजल निध भारी, राख राख मेरे बीठला जन सरन तुम्हारी रहाओ। हे मेरे प्रभु मैं तेरा दास तेरी शरण आया हाँ, जन शरण तुम्हारी। मैं तेरा दास हाँ, मैं तेरा सेवक हाँ, तेरी शरण विच आया हाँ। मैनू इन्हां विकारां दी ਮਾਰ ਤੋਂ ਬਚਾ, ਕਿਉਂਕਿ ਇਹ ਵਿਕਾਰ ਜਿਹੜੇ ਨੇ ਇਹ ਮਨੁੱਖ ਨੂੰ ਹਰ ਵੇਲੇ ਆਪਣੇ ਜਾਲ 'ਚ ਫਸਾਈ ਜਾ ਰਹੇ ਹਨ। ਅਤੇ ਬੇਨਤੀ ਕਰ ਰਹੇ ਨੇ ਭਗਤ ਕਬੀਰ ਸਾਹਿਬ, ਮੈਂ ਕਿਵੇਂ ਇਹਨਾਂ ਤੋਂ ਖਲਾਸੀ ਕਰਾਵਾਂ, ਕਿਵੇਂ ਛੁੱਟਾਂ, ਕਿਉਂ ਛੁੱਟੂੰ ਕੈਸੇ ਤਰੋਂ। ਇਹ ਸੰਸਾਰ ਬੜਾ ਵੱਡਾ ਸਮੁੰਦਰ ਹੈ, ਮੈਂ ਕਿਵੇਂ ਇਸ ਤੋਂ ਪਾਰ ਲੰਘਾਂ। ਕਿਉਂਕਿ ਅਸੀਂ ਜੇ ਧਿਆਨ ਨਾਲ ਤੱਕੀਏ ਨਾ ਔਰ ਸਮਝਣ ਦਾ ਯਤਨ ਕਰੀਏ, ਸਾਡੀ ਜਿਹੜੀਆਂ ਅੱਖਾਂ ਜੋ ਕੁਛ ਦੇਖਦੀਆਂ, ਇਹ ਅੱਖਾਂ ਦੇਖ ਕੇ ਸਾਡੇ ਅੰਦਰ ਫੁਰਨੇ ਬਣਦੇ ਨੇ। ਉਹ ਫੁਰਨੇ ਸਾਡੀ ਮਤ ਨੂੰ ਸੰਬੋਧਨ ਕਰਦੇ ਨੇ ਅਤੇ ਜਿਹੜੀ ਮਤ ਹੈ ਉਹ ਸਾਡੇ ਗਿਆਨ ਇੰਦਰੀਆਂ ਨੂੰ ਉਹਨਾਂ ਕੰਮਾਂ ਦੇ ਵਿੱਚ ਖਚਿਤ ਕਰ ਲੈਂਦੀ ਹੈ। ਹੁਣ ਸੰਸਾਰ ਦੇ ਵਿੱਚ ਜੋ ਕੁਛ ਵਰਤਾਰਾ ਵਰਤ ਰਿਹਾ ਉਸ ਸਾਰਿਆਂ ਨੂੰ ਠੀਕ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੋ ਕੁਛ ਅੱਖਾਂ ਦੇਖਣਗੀਆਂ, ਜੋ ਤੱਕਣਗੀਆਂ, ਉਹ ਇੱਕ ਚਿੱਤਰ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜਿਹੜਾ ਮਨੁੱਖ ਜੋ ਜਿਸ ਤਰ੍ਹਾਂ ਦੇਖ ਰਿਹਾ
ਉਸਦੇ ਅੰਦਰ ਉਸ ਤਰ੍ਹਾਂ ਦਾ ਇੱਕ ਚਿੱਤਰ, ਇੱਕ ਤਸਵੀਰ ਉਹਦੀ ਅੱਖਾਂ ਦੇ ਸਾਹਮਣੇ ਦੇਖੇ ਹੋਏ ਦਰਸ ਵਿੱਚੋਂ ਉਸਦੇ ਖਿਆਲਾਂ 'ਚ ਬਣ ਰਹੀ ਹੈ। ਉਹ ਖਿਆਲ ਉਸਦੀ ਮਤ ਨੂੰ ਸੰਬੋਧਨ ਕਰ ਰਹੇ ਨੇ, ਮਤ ਗਿਆਨ ਇੰਦਰੀਆਂ ਨੂੰ ਪ੍ਰੇਰਿਤ ਕਰ ਰਹੀ ਹੈ। ਔਰ ਇਸ ਕਰਕੇ ਹੀ ਅਸੀਂ ਇਸ ਸੰਸਾਰ ਸਮੁੰਦਰ ਵਿੱਚ ਇਹਨਾਂ ਵਿਕਾਰਾਂ ਵਿੱਚ ਡੁੱਬ ਰਹੇ ਹਾਂ। ਇਹਨਾਂ 'ਚੋਂ ਅਸੀਂ ਖਲਾਸੀ ਕਰਨੀ ਹੈ। ਔਰ ਇਹ ਗੱਲ ਯਾਦ ਰੱਖਣਾ, ਜੀਵਨ ਦੇ ਵਿੱਚ ਖਲਾਸੀ ਇਸ ਕਰਕੇ ਭਗਤ ਜੀ ਕਹਿ ਰਹੇ ਨੇ ਬੜਾ ਔਖਾ ਕੰਮ ਹੈ। ਕਿਉਂਕਿ ਸਾਰੇ ਸੰਸਾਰ ਨੂੰ ਅਸੀਂ ਆਪਣੇ ਵਰਗਾ ਨਹੀਂ ਬਣਾ ਸਕਦੇ, ਜਾਂ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ, ਜਿਸ ਤਰ੍ਹਾਂ ਖਲਾਸੀ ਹੋਵੇ ਸਾਰਾ ਸੰਸਾਰ ਉੱਦਾਂ ਦਾ ਬਣ ਜਾਏ, ਇਹ ਵੀ ਨਹੀਂ ਹੋ ਸਕਦਾ। ਫਿਰ ਸੰਸਾਰ ਦੇ ਵਿੱਚ ਭਗਤ ਜੀ ਕਹਿੰਦੇ ਨੇ, ਮੈਂ ਕਿਵੇਂ ਇਹਨਾਂ ਵਿਕਾਰਾਂ ਤੋਂ ਖਲਾਸੀ ਕਰਾਵਾਂ ਆਪਣੇ ਆਪ ਦੀ। ਇਹਦਾ ਸੰਸਾਰ ਸਮੁੰਦਰ ਵੱਡਾ ਸਮੁੰਦਰ ਹੈ, ਮੈਂ ਕਿਵੇਂ ਇਸ ਤੋਂ ਪਾਰ ਲੰਘਾਂ। ਪਾਓ ਕਿ ਇੱਥੇ ਵਿਕਾਰ ਨੇ, ਜੀਵਨ ਦੇ ਵਿੱਚ ਬਹੁਤ ਸਾਰੀਆਂ ਵਾਸਨਾਵਾਂ ਨੇ, ਕਦਮ ਕਦਮ 'ਤੇ ਮਨੁੱਖ ਨੂੰ ਇਹ ਚੀਜ਼ਾਂ ਜਿਹੜੀਆਂ ਨੇ ਪ੍ਰਭਾਵਿਤ ਕਰ ਰਹੀਆਂ ਹਨ, ਅਤੇ ਮਨੁੱਖ ਇਹਨਾਂ ਚੀਜ਼ਾਂ ਵਿੱਚ ਗਲਤਾਨ ਹੋ ਰਿਹਾ। ਇਸ ਤੋਂ ਪਾਰ ਹੋਣਾ, ਕਹਿਣ ਦਾ ਮਕਸਦ ਇਹ ਹੈ। ਪਹਿਲੇ ਬੰਦ ਵਿੱਚ ਭਗਤ ਜੀ ਨੇ ਇੱਕ ਵਿਚਾਰ ਸਾਡੇ ਸਾਹਮਣੇ ਰੱਖੀ ਕਿ ਮਨੁੱਖ ਸੋਚੇ ਕਿ ਇਸ ਸੰਸਾਰ ਨੂੰ ਹੀ ਛੱਡ ਦਿੰਦੇ ਹਾਂ, ਸੰਸਾਰ ਨੂੰ ਹੀ ਤਿਆਗ ਦਿੰਦੇ ਹਾਂ, ਜੋ ਕੁਝ ਦਿਖਾਈ ਦੇ ਰਿਹਾ ਇਹਨੂੰ ਦੇਖਣਾ ਹੀ ਛੱਡ ਦਿੰਦੇ ਹਾਂ, ਕਿਸੇ ਐਸੀ ਥਾਂ ਚਲੇ ਜਾਂਦੇ ਜਿੱਥੇ ਇਹ ਨਾ ਦਿਖਾਈ ਦੇਵੇ। ਤੇ ਕਹਿਣ ਲੱਗੇ, ਗ੍ਰਹਿ ਤਜ ਬਨ ਖੰਡ ਜਾਈਐ। ਗ੍ਰਹਿ ਦਾ ਅਰਥ ਹੈ ਗ੍ਰਸਤ, ਘਰ-ਬਾਰ। ਕਹਿੰਦੇ ਨੇ ਮੈਂ ਗ੍ਰਸਤ ਤਿਆਗ ਕੇ ਜੰਗਲ ਵਿੱਚ ਚਲੇ ਜਾਈਏ। ਵੀ ਜੇਕਰ ਗ੍ਰਸਤ ਤਿਆਗ ਕੇ ਜੰਗਲ ਵਿੱਚ ਚਲੇ ਜਾਈਏ, ਸ਼ਾਇਦ ਗ੍ਰਸਤ ਤਿਆਗਣ ਤੋਂ ਬਾਅਦ ਇਹ ਵਾਸਨਾਵਾਂ ਨਾ ਤੰਗ ਕਰਨ। ਤੇ ਮਨੁੱਖ ਸੋਚ ਸਕਦਾ ਹੈ, ਵਿਚਾਰ ਕਰ ਸਕਦਾ ਹੈ, ਪਰ ਇੱਕ ਗੱਲ ਜੀਵਨ 'ਚ ਖਿਆਲ ਰੱਖਣਾ, ਇਹ ਕਿਉਂਕਿ ਇਹ ਅੰਦਰ ਦੀ ਗੱਲ ਹੈ। ਗੱਲ ਭਗਤ ਕਬੀਰ ਸਾਹਿਬ ਕਹਿੰਦੇ ਨੇ, ਜੇ ਗ੍ਰਸਤ ਤਿਆਗ ਕੇ ਜੰਗਲ ਵਿੱਚ ਚਲੇ ਜਾਈਏ, ਗ੍ਰਹਿ ਤਜ ਬਨ ਖੰਡ ਜਾਈਏ। ਘਰ ਦੇ 36 ਪ੍ਰਕਾਰ ਦੇ ਭੋਜਨ, ਗ੍ਰਸਤ ਛੱਡ ਦਈਏ, ਬੱਚੇ, ਬਾਲ, ਪਰਿਵਾਰ, ਪਤਨੀ, ਪਤੀ, ਇਹ ਸਭ ਛੱਡ ਕੇ ਮਤਲਬ ਬੰਦਾ ਜੇ ਜੰਗਲ ਨੂੰ ਚਲਾ ਜਾਏ, ਜਿੱਥੇ ਕੋਈ ਮਨੁੱਖ ਦੀ ਸ਼ਕਲ ਸਾਹਮਣੇ ਨਾ ਆਉਂਦੀ ਹੋਵੇ, ਕੋਈ ਰੂਪ ਰੰਗ ਸਾਹਮਣੇ ਨਾ ਆਉਂਦਾ ਹੋਵੇ, ਜਿੱਥੇ ਕੋਈ ਵਿਕਾਰ ਜਿਹੜਾ ਮਨੁੱਖ ਨੂੰ ਤੰਗ ਨਾ ਕਰੇ, ਬੰਦਾ ਜੇ ਇਹ ਸੋਚ ਲਵੇ ਵੀ ਸ਼ਾਇਦ ਇਹ ਦਿਖਾਈ ਦਿੰਦੇ ਨੇ ਤਾਂ ਵਿਕਾਰ ਪੈਦਾ ਹੁੰਦੇ ਆ। ਕਹਿੰਦੇ ਚੁੰਨ ਖਾਈਏ ਕੰਧਾ, ਜੇ ਗਾਜਰ ਮੂਲੀ ਆਦਿ ਖਾ ਕੇ ਗੁਜ਼ਾਰਾ ਕਰੀਏ। ਭਾਵ ਕਿ ਇੱਥੇ ਦੇ ਜਿਹੜੇ ਸਵਾਦਲੇ ਭੋਜਨ ਨੇ ਜਾਂ ਇਹ ਪਦਾਰਥ ਨੇ, ਇਹਨਾਂ ਨੂੰ ਤਿਆਗ ਦਈਏ, ਕੰਦ ਮੂਲ ਖਾ ਕੇ ਭਾਵ ਗੁਜ਼ਾਰਾ ਕਰ ਲਈਏ, ਭਾਵ ਜੰਗਲ ਵਿੱਚ ਮਿਲਣ ਵਾਲੀਆਂ ਚੀਜ਼ਾਂ ਨਾਲ ਆਪਣਾ ਢਿੱਡ ਭਰ ਲਈਏ, ਤਾਂ ਕਿ ਇਹ ਜਿਹੜੇ ਪਦਾਰਥ ਅਸੀਂ ਗ੍ਰਸਤ ਵਿੱਚ ਰਹਿ ਕੇ ਖਾਂਦੇ ਹਾਂ, ਸ਼ਾਇਦ ਇਹਨਾਂ ਨੂੰ ਤਿਆਗ ਦਈਏ। ਅਤੇ ਇਹਨਾਂ ਨੂੰ ਤਿਆਗਣ ਦੇ ਨਾਲ ਹੋ ਸਕਦਾ ਸ਼ਾਇਦ ਵਾਸਨਾ ਵੀ ਸਾਡੇ ਜੀਵਨ 'ਚੋਂ ਪਾਸੇ ਹੋ ਜਾਏ। ਪਰ ਭਗਤ ਜੀ ਪਤਾ ਕੀ ਕਹਿੰਦੇ, ਕਹਿੰਦੇ ਅਸਲ ਦੇ ਵਿੱਚ ਇਹਦਾ ਕੁਛ ਕਰਨ ਤੋਂ ਬਾਅਦ ਮਨੁੱਖ ਸੋਚੇ ਵੀ ਇਸ ਤਰ੍ਹਾਂ ਕਰ ਲਵਾਂ, ਪਰ ਕਹਿਣ ਲੱਗੇ ਅਜਹੋਂ ਵਿਕਾਰ ਨ ਛੋੜਈ ਪਾਪੀ ਮਨ ਮੰਦਾ। ਕਹਿੰਦੇ ਤਾਂ ਵੀ ਇਹ ਪਾਪੀ ਚੰਦਰਾ ਮਨ ਜਿਹੜਾ ਉਹ ਵਿਕਾਰ ਨਹੀਂ ਛੱਡਦਾ, ਇਹ ਆਪਣੇ ਖਿਆਲ ਬਣਾਉਣੇ ਨਹੀਂ ਛੱਡਦਾ। ਭਾਵ ਕਿ ਜੇ ਆਪਾਂ ਕੁਛ ਵੀ ਨਾ ਵੀ ਦੇਖੀਏ ਨਾ, ਸੰਸਾਰ ਦਾ ਰੂਪ ਰੰਗ, ਪਰਿਵਾਰ, ਸਾਦੀ ਖੁਰਾਕ ਵੀ ਖਾ ਲਈਏ, ਪਰ ਮਨ ਆਪਣੇ ਆਪ ਹੀ ਵਿਕਾਰੀ ਫੁਰਨੇ ਅੰਦਰ ਬਣਾਉਂਦਾ ਰਹਿੰਦਾ ਹੈ। ਭਗਤ ਜੀ ਕਹਿੰਦੇ ਇਹ ਚੰਦਰਾ ਮਨ ਜਿਹੜਾ ਹੈ ਅਜੇ ਵੀ ਵਿਕਾਰਾਂ ਨੂੰ ਤਿਆਗਦਾ ਨਹੀਂ, ਵਿਕਾਰਾਂ ਨੂੰ ਛੱਡਦਾ ਨਹੀਂ ਹੈ। ਇਹਨੂੰ ਪਾਠ ਕਰਾਂਗੇ ਅਜਹੋਂ ਪਾਠ ਨਹੀਂ ਕਰਾਂਗੇ। ਹਾਹੇ ਨੂੰ ਦੁਲੰਕੜ ਹੁੰਦੀ, ਫਿਰ ਪਾਠ ਕਰਦੇ ਅਜਹੋਂ, ਅਤੇ ਔਂਕੜ ਹੈ ਅਤੇ ਪਾਠ ਕਰਾਂਗੇ ਅਜਹੋਂ ਵਿਕਾਰ ਨਾ ਛੋੜੀ। ਵੀ ਅਜੇ ਤੱਕ
ਵੀ ਇਸ ਪਾਪੀ ਚੰਦਰੇ ਮਨ ਨੇ ਵਿਕਾਰ ਨਹੀਂ ਛੱਡਿਆ, ਇਹ ਛੱਡਦਾ ਨਹੀਂ। ਕਿਉਂਕਿ ਇੱਕ ਵਾਰੀ ਜੋ ਇਸ ਨੇ ਦੇਖ ਲਿਆ, ਅੱਖਾਂ ਦੇ ਰਾਹੀਂ ਜੋ ਦ੍ਰਿਸ਼ ਬਣ ਗਿਆ, ਜੋ ਇਸ ਦੇ ਅੰਦਰ ਵਿਕਾਰਾਂ ਦਾ ਜਨਮ ਹੋ ਗਿਆ, ਇਹ ਘਰ-ਬਾਰ ਗ੍ਰਸਤ ਤਿਆਗਣ ਤੋਂ ਬਾਅਦ ਵੀ ਇਹ ਵਿਕਾਰ ਜਾਂਦੇ ਨਹੀਂ ਹਨ। ਕਿਉਂ ਔਖੇ ਨੇ ਵਿਕਾਰ ਛੱਡਣੇ, ਕਿਉਂ ਔਖੇ ਨੇ ਇਹਨਾਂ ਵਿਕਾਰਾਂ ਤੋਂ ਬਚਣਾ? ਉਸ ਦਾ ਕਾਰਨ ਹੀ ਇਹ ਹੈ ਕਿਉਂਕਿ ਜੋ ਅੱਖਾਂ ਨੇ ਵੇਖਿਆ ਹੈ ਉਹ ਚਿੱਤਰ ਅੰਦਰ ਗੁਪਤ ਰੂਪ 'ਚ ਪਏ ਹੋਏ ਨੇ, ਅਤੇ ਉਹ ਮਨ ਜਦ ਵੀ ਬਣਾ ਲੈਂਦਾ ਉਦੋਂ ਹੀ ਮਨ ਵਿਕਾਰੀ ਹੋ ਜਾਂਦਾ। ਕਿਉਂਕਿ ਵਿਕਾਰੀ ਜਿਹੜਾ ਹੈ, ਕਿਉਂਕਿ ਵਿਕਾਰ ਦਿਖਾਈ ਨਹੀਂ ਦਿੰਦੇ। ਬਾਹਰ ਦੇ ਸਰੀਰ ਦੀ ਹਰਕਤ ਨਜ਼ਰ ਆਵੇਗੀ, ਸਰੀਰ ਦੀ ਕਿਰਿਆ ਨਜ਼ਰ ਆਵੇਗੀ, ਪਰ ਕੋਈ ਮਨ ਕਰਕੇ ਕੀ ਸੋਚ ਰਿਹਾ? ਮੰਨ ਲਓ ਕਿ ਮੈਂ ਜੇ ਕਿਸੇ ਦਾ ਉਸ ਤਰ੍ਹਾਂ ਕਤਲ ਕਰਾਂ, ਫੜਿਆ ਜਾਵਾਂਗਾ, ਪਰ ਜੇ ਮਨ ਕਰਕੇ ਕਿਤੇ ਕਤਲ ਕਰ ਦੇਵਾਂ, ਨਹੀਂ ਫੜਿਆ ਜਾਵਾਂ। ਮਨ ਕਰਕੇ ਕਿਸੇ ਦਾ ਉਸ ਤਰ੍ਹਾਂ ਬੁਰਾ ਕਰਾਂ ਤਾਂ ਉਹਨੂੰ ਪਤਾ ਲੱਗੇਗਾ, ਪਰ ਜੇ ਮਨ ਕਰਕੇ ਕਿਸੇ ਦਾ ਬੁਰਾ ਕਰਾਂ ਨਹੀਂ ਪਤਾ ਲੱਗਣਾ। ਇਸ ਕਰਕੇ ਕੁਝ ਚੀਜ਼ਾਂ ਐਸੀਆਂ ਨੇ ਜਿਹੜੇ ਸਾਡੇ ਜੀਵਨ ਦੇ ਨਾਲ ਜੁੜ ਗਈਆਂ ਨੇ ਔਰ ਸਾਡੇ ਅੰਦਰ ਉਹ ਦ੍ਰਿਸ਼ ਬਣੇ ਹੋਏ ਨੇ। ਉਹਨਾਂ ਦ੍ਰਿਸ਼ਾਂ ਨੂੰ ਜਾਂ ਉਹਨਾਂ ਵਿਕਾਰਾਂ ਨੂੰ, ਉਹਨਾਂ ਵਾਸਨਾਵਾਂ ਨੂੰ, ਅੰਦਰ ਚੱਲ ਰਹੀ ਉਸ ਵਿਚਾਰਧਾਰਾ ਨੂੰ ਛੱਡਣਾ, ਉਸ ਨੂੰ ਤਿਆਗਣਾ ਬੜਾ ਔਖਾ ਹੈ। ਭਾਵੇਂ ਭੋਜਨ ਸਾਦਾ ਖਾ ਲਈਏ, ਭਾਵੇਂ ਗ੍ਰਸਤ ਛੱਡ ਕੇ ਜੰਗਲ ਨੂੰ ਚਲੇ ਜਾਈਏ, ਕਿਉਂਕਿ ਇਹ ਚੰਦਰਾ ਮਨ ਪਾਪ ਕਰਨੋਂ ਹਟਦਾ ਨਹੀਂ ਹੈ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਫਿਰ ਕਹਿੰਦੇ ਵਿਖੈ ਵਿਖੈ ਕੀ ਵਾਸਨਾ ਤਜੀ ਨਹਿ ਜਾਈ। ਆਖਣ ਲੱਗੇ ਕਿ ਹੇ ਮੇਰੇ ਪ੍ਰਭੂ, ਕਹਿੰਦੇ ਨੇ ਇਹ ਅਨੇਕਾਂ ਕਿਸਮਾਂ ਦੀ ਜਿਹੜੀ ਵਾਸਨਾ ਹੈ, ਕਿਉਂਕਿ ਸਾਡੇ ਜੀਵਨ ਦੇ ਵਿੱਚੋਂ ਅਨੇਕਾਂ ਵਿਕਾਰਾਂ ਦੇ ਵਿਸ਼ਿਆਂ ਦੇ ਚਸਕੇ ਜਿਹੜੇ ਨੇ ਉਹ ਛੱਡੇ ਨਹੀਂ ਜਾ ਸਕਦੇ। ਜਿਹੜੇ ਅਲੱਗ-ਅਲੱਗ ਕਿਸਮ ਦੇ ਵਿਕਾਰ ਅਸੀਂ ਭੋਗਦੇ ਹਾਂ। ਔਰ ਮੈਂ ਇੱਕ ਬੇਨਤੀ ਕਰਾਂ, ਕੰਨਾਂ ਦੇ ਰਾਹੀਂ ਵਿਕਾਰ ਅੰਦਰ ਜਾਂਦੇ ਨੇ, ਅੱਖਾਂ ਦੇ ਰਾਹੀਂ ਵਿਕਾਰ ਅੰਦਰ ਜਾਂਦੇ ਨੇ। ਬਹੁਤ ਵੱਡੇ ਸਰੋਤ ਨੇ ਦੋ ਸਾਡੇ ਕੋਲ, ਅੱਖਾਂ ਅਤੇ ਕੰਨ। ਕਿਉਂਕਿ ਅੱਖਾਂ ਜੋ ਦੇਖਦੀਆਂ ਇਹ ਉਸ ਤਰ੍ਹਾਂ ਦੀ ਇੱਕ ਵਿਚਾਰ ਅੰਦਰ ਬਣ ਜਾਂਦੀ ਹੈ, ਤਸਵੀਰ ਬਣ ਜਾਂਦੀ ਹੈ। ਕੰਨ ਜੋ ਸੁਣਦੇ ਨੇ, ਕੰਨ ਵੀ ਉੱਦਾਂ ਦੀ ਸੁਣ ਕੇ ਅੰਦਰ ਮਨ ਤਸਵੀਰ ਬਣਾ ਲੈਂਦਾ ਹੈ। ਔਰ ਉਹ ਅੰਦਰ ਮਨ ਜਿਹੜਾ ਤਸਵੀਰ ਬਣਾਉਂਦਾ ਹੈ ਉਹ ਮਤ ਨੂੰ ਭੇਜਦਾ ਤਸਵੀਰ, ਔਰ ਮਤ ਉਹਨਾਂ ਗਿਆਨ ਇੰਦਰੇ ਅਤੇ ਕਰਮ ਇੰਦਰਾਂ ਦੇ ਉੱਤੇ, ਉਹ ਵਿਕਾਰਾਂ ਦੇ ਉੱਤੇ ਸਾਰੀ ਗੱਲਬਾਤ ਹਾਵੀ ਹੋ ਜਾਂਦੀ ਹੈ। ਇਸ ਕਰਕੇ ਭਗਤ ਜੀ ਕਹਿਣ ਲੱਗੇ, ਕਹਿੰਦੇ ਇਹ ਜਿਹੜੇ ਮੇਰੇ ਵਿਕਾਰ ਨੇ, ਇਹ ਵਿਖੈ ਵਿਖੈ ਕੀ ਵਾਸਨਾ ਤਜੀ ਨਹਿ ਜਾਈ। ਮੈਂ ਤੋਂ ਇਹਨਾਂ ਅਨੇਕਾਂ ਕਿਸਮਾਂ ਦੇ ਵਿਸ਼ਿਆਂ ਦੇ ਜਿਹੜੇ ਚਸਕੇ ਨੇ, ਵਾਸਨਾਵਾਂ, ਕਹਿੰਦੇ ਇਹ ਵਾਸਨਾ ਛੱਡੀ ਨਹੀਂ ਜਾ ਸਕਦੀ। ਆਓ ਕਿ ਛੱਡੇ ਨਹੀਂ ਜਾ ਸਕਦੇ ਜਿਹੜੇ ਵਿਕਾਰ ਨੇ, ਜਿਹੜੀਆਂ ਵਾਸਨਾਵਾਂ ਨੇ। ਅਨੇਕ ਯਤਨ ਕਰ ਰਾਖੀਐ ਫਿਰ ਫਿਰ ਲਪਟਾਈ। ਭਗਤ ਜੀ ਕਹਿੰਦੇ ਨੇ ਕਿ ਕਈ ਯਤਨ ਕਰਕੇ ਇਸ ਮਨ ਨੂੰ ਰੋਕੀਦਾ ਹੈ ਵੀ ਇਹ ਮਨ ਰੁਕ ਜਾਏ, ਅਨੇਕਾਂ ਹੀ ਯਤਨ ਕਰਕੇ, ਪਰ ਫਿਰ ਇਹ ਮੁੜ ਮੁੜ ਵਿਸ਼ਿਆਂ ਦੀ ਵਾਸਨਾ ਵਿੱਚ ਜਾ ਚਿਮੜਦਾ ਹੈ। ਬੜੇ ਯਤਨ ਕਰੀਦੇ ਨੇ, ਮਨ ਨੂੰ ਬੜਾ ਸਮਝਾਈਦਾ ਵੀ ਤੂੰ ਉਸ ਪਾਸੇ ਨਾ ਜਾ, ਪਰ ਇਹ ਜਿਹੜਾ ਮਨ ਹੈ, ਭਗਤ ਜੀ ਕਹਿੰਦੇ ਇਹ ਰੁਕਦਾ ਨਹੀਂ, ਇਹ ਟਿਕਦਾ ਨਹੀਂ। ਮਨ ਨੂੰ ਸਮਝਾਈਦਾ ਹੈ। ਇਹ ਗੱਲ ਯਾਦ ਰੱਖਿਓ, ਜਿਤਨੀ ਬਾਣੀ ਪੜ੍ਹਦੇ ਹਾਂ, ਵਿਚਾਰ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਪਾਠ ਸੁਣਦੇ ਕਰਦੇ ਹਾਂ, ਇਹ ਸਭ ਮਨ ਨੂੰ ਰੋਕਣ ਦੇ ਯਤਨ ਹੀ ਨੇ ਵੀ ਮਨ ਕਿਤੇ ਵਾਸਨਾਵਾਂ ਤੋਂ ਬਚ ਜਾਏ। ਔਰ ਤੁਸੀਂ ਦੇਖੋਗੇ ਵੀ ਇਹ ਤਾਂ ਪਾਠ ਕਰਦਾ ਹੋਇਆ ਵੀ ਉਹਨਾਂ ਚੀਜ਼ਾਂ ਵਿੱਚ ਹੀ ਦੌੜਦਾ ਰਹਿੰਦਾ, ਅੰਦਰ ਪਤਾ ਨਹੀਂ ਕਿਹੜੇ ਕਿਹੜੇ ਖਿਆਲ ਲੈ ਕੇ ਬੈਠਾ ਹੋਇਆ ਹੈ। ਇਸ ਕਰਕੇ ਭਗਤ ਜੀ ਕਹਿੰਦੇ ਨੇ, ਕਹਿੰਦੇ ਇਹ ਮੁੜ ਮੁੜ ਵਿਸ਼ਿਆਂ ਦੀ ਵਾਸਨਾ ਵਿੱਚ ਹੀ ਜਾ ਕੇ ਚਿਮੜ ਜਾਂਦਾ ਹੈ। ਭਾਵ ਕਿ ਵਿਸ਼ਿਆਂ ਨੂੰ ਹੀ ਜਾ ਕੇ ਚਿਮੜ ਜਾਂਦਾ, ਉਹਨਾਂ ਵਿਕਾਰਾਂ ਵਿੱਚ ਹੀ ਖਚਿਤ ਹੋ ਜਾਂਦਾ। ਯਤਨ ਕਰੀਦੇ ਨੇ, ਕਿਉਂਕਿ ਮਾਰ ਕਹਿੰਦੇ ਯਤਨ ਬਹੁਤ ਮੈਂ ਕਰ ਰਿਓ, ਮਿਟਿਓ ਨਾ ਮਨ ਕੋ ਮਾਨ। ਗੁਰੂ ਤੇਗ ਬਹਾਦਰ ਕਹਿੰਦੇ ਮੈਂ ਬੜੇ ਯਤਨ ਕੀਤੇ। ਮੈਂ ਤਾਂ ਕਈ ਵਾਰ ਸੋਚਦਾ, ਸੱਚੇ ਪਾਤਸ਼ਾਹ ਤੁਸੀਂ ਯਤਨ ਕੀਤੇ, ਤੁਸੀਂ ਬੜਾ ਲੰਬਾ ਸਮਾਂ ਪ੍ਰਭੂ ਯਾਦ ਦੇ ਵਿੱਚ, ਉਸ ਦੀ ਸਿਫਤ ਸਲਾਹ ਵਿੱਚ, ਬਾਣੀ ਨਾਲ ਜੁੜ ਕੇ, ਬਾਣੀ ਦੇ ਅਭਿਆਸੀ ਹੋ ਕੇ ਤੁਸੀਂ ਗੁਜ਼ਾਰਿਆ, ਪਰ ਸਾਡਾ ਤਾਂ ਇਤਨਾ ਬਾਣੀ ਦਾ ਅਭਿਆਸ ਵੀ ਨਹੀਂ ਹੈ।
ਬੜਾ ਲੰਬਾ ਸਮਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਾਣੀ ਦਾ ਅਭਿਆਸ ਕੀਤਾ, ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ। ਗੁਰੂ ਬਣਨ ਤੋਂ ਪਹਿਲਾਂ ਉਹਨਾਂ ਦੇ ਮਨ ਦੇ ਉੱਤੇ ਬੜਾ ਪ੍ਰਭਾਵ ਹੈ, ਕਿਉਂਕਿ 2-3 ਉਹਨਾਂ ਦੀ ਅੱਖਾਂ ਦੇ ਸਾਹਮਣੇ ਜੋ ਛੋਟੀ ਉਮਰ ਵਿੱਚ ਘਟਨਾਵਾਂ ਘਟੀਆਂ, ਬਾਬਾ ਅਟਲ ਰਾਏ ਜੀ ਦਾ ਅਕਾਲ ਚਲਾਣਾ, ਬਾਬਾ ਬੁੱਢਾ ਸਾਹਿਬ ਜੀ ਦਾ ਅਕਾਲ ਚਲਾਣਾ, ਭਾਈ ਗੁਰਦਾਸ ਜੀ ਦਾ ਅਕਾਲ ਚਲਾਣਾ, ਇਹ ਉਹ ਗੁਰਸਿੱਖ ਸਨ ਜਿਨ੍ਹਾਂ ਨੇ ਇਹਨਾਂ ਨੂੰ ਬਚਪਨ ਦੇ ਵਿੱਚ ਗੁਰ ਦੇਖਿਆ ਅਤੇ ਗੁਰਸਿੱਖਿਆ ਦਿੱਤੀ। 2 ਗੁਰਸਿੱਖਾਂ ਨੇ, ਭਾਈ ਗੁਰਦਾਸ ਜੀ ਨੇ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ। ਬਚਪਨ ਦੀ ਪੜ੍ਹਾਈ ਜਿਹੜੀ ਗੁਰੂ ਤੇਗ ਬਹਾਦਰ ਮਹਾਰਾਜ ਨੇ, ਕਿਉਂਕਿ 10 ਸਾਲ ਲਗਭਗ 10 ਤੋਂ 12 ਸਾਲ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਦੇ ਕੋਲ ਹੀ ਪੜ੍ਹੇ ਨੇ, ਇਹਨਾਂ ਦੇ ਕੋਲ ਹੀ ਰਹੇ ਨੇ। ਔਰ ਇਹਨਾਂ ਦੋਵਾਂ ਦਾ ਅੱਖਾਂ ਦੇ ਸਾਹਮਣੇ ਜਿਨ੍ਹਾਂ ਨੇ ਪੜ੍ਹਾਇਆ, ਜਿਨ੍ਹਾਂ ਨੇ ਹਰ ਇੱਕ ਸ਼ਸਤਰ ਵਿੱਦਿਆ ਅਤੇ ਸ਼ਾਸਤਰ ਵਿੱਦਿਆ ਦਿੱਤੀ, ਅਤੇ ਉਹਨਾਂ ਦਾ ਅੱਖਾਂ ਦੇ ਸਾਹਮਣੇ ਚਲੇ ਜਾਣਾ। ਛੋਟੀ ਉਮਰ ਦੇ ਵਿੱਚ ਵੱਡੇ ਭਰਾਤਾ ਬਾਬਾ ਇਹਨਾਂ ਤੋਂ ਵੱਡੇ ਸਨ ਬਾਬਾ ਅਟਲ ਰਾਏ, ਉਹਨਾਂ ਦਾ ਚਲੇ ਜਾਣਾ, ਅਤੇ ਇਹ ਚੀਜ਼ਾਂ ਜੀਵਨ 'ਚ ਬੜਾ ਪ੍ਰਭਾਵ ਪਾ ਕੇ ਗਈਆਂ। ਔਰ ਉਹਨਾਂ ਨੇ ਬੜਾ ਜੀਵਨ 'ਚ ਯਤਨ ਕੀਤਾ। ਪਰ ਸਾਨੂੰ ਸਮਝਾਉਣ ਵਾਸਤੇ ਇੱਕ ਬੜੀ ਪਿਆਰੀ ਵਿਚਾਰ ਕੇ ਕਹਿੰਦੇ, ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਮੈਂ ਬੜੇ ਯਤਨ ਕੀਤੇ ਨੇ, ਪਰ ਇਸ ਮਨ ਦਾ ਮਾਣ ਮਿਟਦਾ ਨਹੀਂ ਹੈ। ਔਰ ਮਾਣ ਕਰਕੇ ਮਨ ਨੂੰ ਮਾਣ ਹੈ, ਤਾਂ ਕਰਕੇ ਇਹ ਵਾਸਨਾਵਾਂ ਵਿੱਚ ਗਲਤਾਨ। ਜੇ ਮਨ ਉਸ ਮਾਣ ਨੂੰ ਤਿਆਗ ਦੇਵੇ ਤਾਂ ਵਾਸਨਾਵਾਂ ਵੀ ਛੱਡੀਆਂ ਜਾ ਸਕਦੀਆਂ। ਇਸ ਕਰਕੇ ਗੁਰਦੇਵ ਪਿਤਾ ਕਹਿੰਦੇ, ਮਨ ਤੂੰ ਮਤ ਮਾਣ ਕਰੈ, ਜੇ ਹੋ ਕਿਸੇ ਜਾਣਦਾ ਗੁਰਮੁਖ ਨਿਮਾਣਾ ਹੋ। ਇਹ ਜੋ ਮਾਣ ਕਰਨਾ ਛੱਡਦਾ ਨਹੀਂ ਹੈ, ਗੁਰੂ ਦੇ ਸਨਮੁਖ ਨਿਮਾਣਾ ਨਹੀਂ ਹੁੰਦਾ ਮਨ ਸਾਡਾ। ਇਹ ਮਾਣ ਕਰਨਾ ਥੋੜ੍ਹੀ ਛੱਡਦਾ, ਕਿਸੇ ਨਾ ਕਿਸੇ ਰੂਪ 'ਚ ਗੁਮਾਨ ਰਹਿੰਦਾ ਹੀ ਇਸ ਨੂੰ। ਕਿਸੇ ਨੂੰ ਰੂਪ ਦਾ, ਰੰਗ ਦਾ, ਧਨ ਦਾ, ਪਦਾਰਥਾਂ ਦਾ, ਪਰਿਵਾਰ ਦਾ, ਇਹ ਪਤਾ ਨਹੀਂ ਕਿਹੜੀ ਨਾ ਕਿਹੜੀ ਗੱਲ ਦਾ ਕੋਈ ਨਾ ਕੋਈ ਗੁਮਾਨ ਕਰ ਲੈਂਦਾ। ਜੇ ਉਹਨਾਂ ਤੋਂ ਵੀ ਕਿਤੇ ਉਭਰਦਾ, ਫਿਰ ਕਿਤੇ ਧਰਮ ਕਰਮ ਦਾ ਕਰ ਲੈਂਦਾ, ਸਤਸੰਗੀ ਹੋਣ ਦਾ ਕਰ ਲੈਂਦਾ, ਪਾਠ ਕਰਨ ਦਾ ਕਰ ਲੈਂਦਾ, ਧਰਮੀ ਹੋਣ ਦਾ ਕਰ ਲੈਂਦਾ। ਇਹ ਗੁਮਾਨ ਛੱਡਦਾ ਕਿੱਥੇ ਹੈ? ਕੋਈ ਨਾ ਕੋਈ ਗੁਮਾਨ ਸਾਡੇ ਮਨ 'ਚ ਰਹਿੰਦਾ, ਔਰ ਉਹੀ ਸਾਡੀ ਵਾਸਨਾਵਾਂ ਦਾ ਕਾਰਨ ਹੈ। ਕਿਉਂਕਿ ਜੇ ਵਾਸਨਾਵਾਂ ਨਹੀਂ ਮਿਟਣੀਆਂ, ਉਸ ਦਾ ਕਾਰਨ ਵੀ ਗੁਮਾਨ ਹੈ। ਤੇ ਮਹਾਰਾਜ ਕਹਿੰਦੇ, ਮੈਂ ਬੜੇ ਯਤਨ ਕੀਤੇ, ਗੁਮਾਨ ਅਹੰਕਾਰ ਮਿਟਿਆ ਨਹੀਂ। ਅਹੰਕਾਰ ਨਹੀਂ ਮਿਟੇਗਾ, ਸੱਚ ਜਾਣਨਾ, ਸਾਡੀਆਂ ਵਾਸਨਾਵਾਂ ਵੀ ਨਹੀਂ ਮਿਟਣਗੀਆਂ। ਕਿਉਂਕਿ ਜਦੋਂ ਤੱਕ ਇਸ ਮਨ ਦੀ ਹੰਕਾਰ ਦੀ ਹੋਂਦ ਨਹੀਂ ਮਿਟਦੀ, ਅਤੇ ਇਹ ਹੰਕਾਰ ਵਸ ਹੋ ਕੇ ਹੀ ਵਾਸਨਾ ਵਿੱਚ ਗਲਤਾਨ ਹੁੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਨੇ, ਅਨੇਕ ਯਤਨ ਕਰ ਰਾਖੀਏ ਫਿਰ ਲਪਟਾਈ। ਕਹਿੰਦੇ ਨੇ ਕਈ ਯਤਨ ਕਰਕੇ ਇਸ ਮਨ ਨੂੰ ਰੋਕੀਦਾ, ਇੱਕ ਨੇ ਕਈ ਯਤਨ, ਪਰ ਇਹ ਮੁੜ ਮੁੜ ਕੇ ਵਿਸ਼ਿਆਂ ਦੀਆਂ ਵਾਸਨਾਵਾਂ ਨੂੰ ਫਿਰ ਜਾ ਕੇ ਚਿਮੜ ਜਾਂਦਾ। ਫਿਰ ਕਹਿਣ ਲੱਗੇ, ਜਰਾ ਜੀਵਨ ਜੋਬਨ ਗਿਆ, ਕਿਸ ਕੀਆ ਨਾਨੀ ਕਾ, ਇਹ ਜੀਅਰਾ ਨਿਰਮੋਲ ਕੋ ਕੋਡੀ ਲਕਮੀ ਕਾ। ਆਖਣ ਲੱਗੇ, ਕਹਿੰਦੇ ਬੁਢੇਪਾ ਆ ਗਿਆ। ਜਰਾ ਦਾ ਅਰਥ ਬੁਢੇਪਾ, ਜੀਵਨ ਜੋਬਨ ਗਿਆ, ਔਰ ਜਵਾਨੀ ਦੀ ਉਮਰ ਲੰਘ ਗਈ। ਇਹਨਾਂ ਦਾ ਪੜਾਂਗੇ, ਜਰਾ ਜੀਵਨ ਜੋਬਨ ਗਿਆ, ਆਓ ਕਿ ਜਵਾਨੀ ਦੀ ਉਮਰ ਜਿਹੜੀ ਗੁਜ਼ਰ ਗਈ, ਬੁਢੇਪਾ ਆ ਗਿਆ। ਕਿਛ ਕੀਆ ਨਾਨੀ ਕਾ, ਪਰ ਮੈਂ ਹੁਣ ਤੱਕ ਕਹਿੰਦੇ ਕੋਈ ਚੰਗਾ ਕੰਮ ਨਹੀਂ ਕੀਤਾ। ਵੀ ਇੰਨਾ ਸਮਾਂ ਲੰਘਿਆ, ਭਗਤ ਕਬੀਰ ਸਾਹਿਬ ਕਹਿੰਦੇ ਨੇ ਬੁਢੇਪਾ ਵੀ ਆ ਗਿਆ, ਜਵਾਨੀ ਦੀ ਉਮਰ ਗੁਜ਼ਰ ਗਈ, ਪਰ ਕੋਈ ਚੰਗਾ ਕੰਮ ਨਹੀਂ ਕੀਤਾ। ਵੈਸੇ ਤਾਂ ਸਾਡਾ ਮਨ ਕਹਿੰਦਾ ਤੂੰ ਸਾਰੇ ਚੰਗੇ ਕੰਮ ਕਰ ਰਿਹਾ, ਸਾਨੂੰ ਭੁਲੇਖੇ ਵਿੱਚ ਹੀ ਪਾ ਕੇ ਰੱਖਦਾ ਵੀ ਤੇਰੇ ਤਾਂ ਕੰਮ ਹੀ ਬੜੇ ਚੰਗੇ ਨੇ, ਤੂੰ ਤਾਂ ਮਾੜਾ ਕੰਮ ਕੋਈ ਕਰਦਾ ਹੀ ਨਹੀਂ। ਪਰ ਭਗਤ ਜੀ ਕਹਿੰਦੇ ਨੇ, ਜਦੋਂ ਮੈਂ ਆਪਣੇ ਵੱਲ ਵੇਖਦਾ ਹਾਂ, ਝਾਤ ਮਾਰਦਾ ਹਾਂ, ਤਾਂ ਕੀ ਮੈਨੂੰ ਸਮਝ ਆਉਂਦੀ ਹੈ ਕਿ ਮੈਂ ਹੁਣ ਤੱਕ ਕੋਈ ਚੰਗਾ ਕੰਮ ਨਹੀਂ ਕੀਤਾ। ਅਤੇ ਇਹ ਜੀਅਰਾ ਨਿਰਮੋਲ ਕੋ ਕੋਡੀ ਲਗਮੀ ਕਾ, ਮੇਰੀ ਇਹ ਜਿੰਦ ਅਮੋਲਕ ਸੀ, ਪਰ ਮੈਂ ਇਸ ਨੂੰ ਕੋਡੀਆਂ ਦੇ ਬਰਾਬਰ ਕਰ ਦਿੱਤਾ। ਕਿਉਂਕਿ ਜੀਵਨ ਤਾਂ ਇੱਦਾਂ ਚਲਾ ਗਿਆ ਨਾ, ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਤਾਂ ਕੋਡੀ ਬਦਲੇ ਜਾਏ। ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਛੈ ਪਛਤਾਏ। ਉਮਰ ਇੰਝ ਲੰਘ ਗਈ। ਕਹਿੰਦੇ ਮੈਂ ਇਹ ਜਿੰਦ ਬੜੀ ਨਿਰਮੋਲਕ ਸੀ, ਅਮੋਲਕ ਸੀ, ਪਰ ਮੈਂ ਇਸ ਨੂੰ ਕੋਡੀਆਂ ਦੇ ਬਰਾਬਰ ਕਰ ਦਿੱਤਾ। ਆਓ ਕਿ ਇਸ ਜਿੰਦ ਦੇ ਰਾਹੀਂ ਉਹ ਨਾਮ ਧਨ ਨਹੀਂ ਇਕੱਠਾ ਕੀਤਾ, ਜੀਵਨ ਨੂੰ ਸਫਲਾ ਨਹੀਂ ਕੀਤਾ। ਬੜਾ ਅਮੋਲਕ ਜੀਵਨ ਪ੍ਰਾਪਤ ਹੋਇਆ ਸੀ,
ਕਬੀਰ ਮਾਨਸ ਜਨਮ ਦੁਰਲਭ ਹੈ, ਦੁਰਲਭ ਜਨਮ ਪ੍ਰਾਪਤ ਹੋਇਆ ਸੀ। ਇਹ ਜਿੰਦ ਬੜੀ ਕੀਮਤੀ ਇਸ ਦੇ ਵਿੱਚ ਜਿਹੜੀ ਪਈ ਹੈ, ਪਰ ਇਸ ਜਿੰਦ ਨੂੰ ਪ੍ਰਾਪਤ ਕਰਕੇ, ਜੀਵਨ ਨੂੰ ਪ੍ਰਾਪਤ ਕਰਕੇ ਕੋਈ ਚੰਗਾ ਕੰਮ ਨਹੀਂ ਕੀਤਾ। ਭਗਤ ਕਬੀਰ ਸਾਹਿਬ ਕਹਿੰਦੇ ਨੇ ਵੈਸੇ ਤਾਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਆਪਣੇ ਆਪ ਨੂੰ ਪੁੱਛਣ ਦੀ ਲੋੜ ਹੈ ਵੀ ਹਾਂ ਦੱਸ ਤੂੰ ਚੰਗਾ ਕੰਮ ਕੀਤਾ ਕੋਈ। ਇੱਕ ਵਿਦਵਾਨ ਕਹਿੰਦਾ ਹੈ, ਕਹਿੰਦੇ ਕਦੀ ਆਪਣੇ ਆਪ ਨੂੰ ਪੁੱਛ ਕੇ ਦੇਖ, ਕਹਿੰਦੇ ਕਿਸੇ ਰੋਂਦੇ ਨੂੰ ਹਸਾਇਆ ਹੀ 10 ਖਾਂ, ਕਿਸੇ ਰੁਲਦੇ ਨੂੰ ਗਲੇ ਨਾਲ ਲਾਇਆ ਹੀ 10 ਖਾਂ। ਕਹਿੰਦੇ ਕਦੀ ਆਪਣੇ ਨਾਲ ਗੱਲਾਂ ਕਰੇ ਕਰ ਵੀ ਕਿਸੇ ਰੋਂਦੇ ਨੂੰ ਚੁੱਪ ਕੀਤਾ, ਕਿਸੇ ਦੁਖੀ ਨੂੰ, ਕਿਸੇ ਨੂੰ ਰੁਲਦੇ ਹੋਏ ਨੂੰ ਆਪਣੇ ਗਲੇ ਨਾਲ ਕਦੀ ਲਾਇਆ ਤੂੰ 10 ਖਾਂ। ਕਹਿੰਦੇ ਨੇ ਜੇ ਕਹਿੰਦੇ ਕੋਈ ਚੰਗਾ ਕੰਮ ਨਹੀਂ ਕੀਤਾ, ਨੀਰੀ ਮਾਲਾ ਫੇਰੀ ਤਾਂ ਕੀ ਕੀਤਾ। ਮਾਲਾ ਫੇਰਦਾ ਰਿਹਾ, ਕੋਈ ਚੰਗਾ ਕੰਮ ਨਹੀਂ ਕੀਤਾ, ਦੱਸ ਕੀਤਾ ਕੀ ਤੂੰ ਜੀਵਨ ਦੇ ਵਿੱਚ। ਕੱਲਾ ਮਾਲਾ ਫੜ ਕੇ ਬੈਠਾ ਰਿਹਾ ਤੇ ਕਿਸੇ ਰੋਂਦੇ ਨੂੰ ਗਲੇ ਚੁੱਪ ਨਹੀਂ ਕੀਤਾ, ਰੁਲਦੇ ਨੂੰ ਗਲੇ ਨਾਲ ਨਹੀਂ ਲਾਇਆ, ਕਿਤੇ ਭੁੱਖੇ ਨੂੰ ਰਜਾਇਆ 10 ਖਾਂ, ਕਿਸੇ ਭੁੱਖੇ ਨੂੰ ਤੂੰ ਰਜਾਇਆ ਕਰੀ ਦੱਸ ਵੀ ਕੋਈ ਚੰਗਾ ਕੰਮ ਕੀਤਾ ਤਾਂ ਦੱਸ ਕਿਹੜਾ ਕੀਤਾ ਤੂੰ। ਫਿਰ ਜੇ ਚੰਗਾ ਕੰਮ ਨਹੀਂ ਕੀਤਾ, ਨੀਰੀ ਮਾਲਾ ਫੇਰੀ ਕੱਖ ਨਹੀਂ ਕੀਤਾ। ਕਹਿੰਦਾ ਤੂੰ ਮਾਲਾ ਫੇਰੀ, ਤੂੰ ਕੱਖ ਕੀਤਾ ਨਹੀਂ ਜੀਵਨ ਦੇ ਵਿੱਚ, ਕਿਉਂਕਿ ਜਿਹੜਾ ਚੰਗਾ ਕੰਮ ਕਰਨਾ ਸੀ ਉਹ ਤੇ ਤੂੰ ਕੀਤਾ ਹੀ ਕੋਈ ਨਹੀਂ ਜੀਵਨ ਦੇ ਅੰਦਰ। ਭਗਤ ਜੀ ਕਹਿੰਦੇ ਨੇ ਇਹੀ ਗੱਲ ਸਮਝਾ ਰਹੇ ਨੇ, ਕਹਿੰਦੇ ਜਰਾ ਜੀਵਨ ਜੋਵਨ ਗਿਆ ਕਿਸ ਕੀਆ ਨਾ ਨੀਕਾ, ਇਹ ਜਰਾ ਨਿਰਮੋਲ ਕੋ ਕੋਡੀ ਲਗਮੀ ਕਾ। ਬੜੀ ਕੀਮਤੀ ਜਿੰਦ ਹੈ ਪਰ ਕੋਡੀਆਂ ਦੇ ਵਿੱਚ ਲਾ ਦਿੱਤੀ ਸਾਰੀ ਜ਼ਿੰਦਗੀ। ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ, ਤੂੰ ਸੰਸਰ ਨਾਹੀ ਦਇਆਲ ਮੋਇ ਸੰਸਰ ਪਾਪੀ। ਆਖਣ ਲੱਗੇ ਹੇ ਕਬੀਰ ਆਪਣੇ ਪ੍ਰਭੂ ਅੱਗੇ ਇਉਂ ਬੇਨਤੀ ਕਰ ਕਿ ਹੇ ਮੇਰੇ ਪਿਆਰੇ ਪ੍ਰਭੂ ਤੂੰ ਸਭ ਜੀਆਂ ਵਿੱਚ ਵਿਆਪਕ ਹੈ, ਤੂੰ ਸਰਬ ਵਿਆਪੀ। ਕਿਸੇ ਜੀਵ ਦੇ ਵਿੱਚ ਇਹ ਨਹੀਂ ਵੀ ਰੱਬ ਨਹੀਂ ਹੈ, ਹਰ ਇੱਕ ਜੀਵ ਦੇ ਵਿੱਚ ਉਹ ਕਿਉਂਕਿ ਸਰਬ ਵਿਆਪਕ ਹੈ। ਉਸ ਦੇ ਕੇ ਬੇਨਤੀ ਕਰ ਕਿ ਹੈ ਸਰਬ ਵਿਆਪੀ ਪਰਮਾਤਮਾ, ਸਭਨਾਂ ਦੇ ਦਿਲਾਂ ਦੀ ਜਾਣਨ ਵਾਲਿਆ, ਮੇਰੇ ਅੰਦਰਲਾ ਹਾਲ ਵੀ ਤੂੰ ਜਾਣਦਾ ਹੈ। ਦੇਖੋ ਉਹ ਸਾਡੇ ਅੰਦਰ ਦਾ ਹਾਲ ਜਾਣਦਾ ਹੈ। ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ, ਉਹ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਹੈ, ਉਹ ਸਾਰਿਆਂ ਦੇ ਅੰਦਰ ਦਾ ਹਾਲ ਵੀ ਜਾਣਦਾ ਹੈ। ਵੀ ਸਾਡੇ ਅੰਦਰ ਦਾ ਹਾਲ ਕਿਸੇ ਲੋਕਾਂ ਕੋਲੋਂ ਲੁਕਾ ਸਕਦੇ ਹਾਂ, ਸਾਡਾ ਹਾਲ ਕੀ ਹੈ। ਦੇਖੋ ਨਾ ਕਈ ਵਾਰੀ ਆਪਣੇ ਜੀਵਨ 'ਚ ਧਿਆਨ ਨਾਲ ਦੇਖੋ, ਕੋਈ ਸਾਡੇ ਸਾਹਮਣੇ ਆਉਂਦਾ, ਅਸੀਂ ਹੱਸ ਕੇ ਔਰ ਜੋ ਇਸ ਤਰ੍ਹਾਂ ਦਿਖਾਉਂਦੇ ਵੀ ਜਿਵੇਂ ਤੁਹਾਡੇ ਆਉਣ ਦੀ ਬੜੀ ਖੁਸ਼ੀ ਹੋਈ ਹੈ, ਪਰ ਕਈ ਵਾਰੀ ਉਸਦੇ ਆਉਣ ਤੋਂ ਵੀ ਸਾਨੂੰ ਬੜਾ ਅੰਦਰੋਂ ਹੁੰਦਾ ਵੀ ਇਹ ਕਿੱਥੋਂ ਆ ਗਿਆ। ਬਾਹਰੋਂ ਕਈ ਵਾਰੀ ਅਸੀਂ ਕਿਰਿਆ ਕਰਦੇ ਹਾਂ ਇਸ ਤਰ੍ਹਾਂ ਦੀ, ਪਰ ਸੱਚ ਹੈ ਕਿ ਕਈ ਵਾਰੀ ਉਹ ਬੰਦਾ ਵੀ ਸਾਨੂੰ ਚੁਭਦਾ, ਚੰਗਾ ਨਹੀਂ ਲੱਗਦਾ। ਲੋਕਾਂ ਨੂੰ ਕਿਹਾ ਜਾ ਸਕਦਾ ਤੁਸੀਂ ਆਏ ਜੀ ਬੜਾ ਚੰਗਾ ਕੀਤਾ, ਬੜਾ ਮਨ ਖੁਸ਼ ਹੋਇਆ, ਪਰ ਅੰਦਰ ਕੁਝ ਹੋਰ ਚੱਲ ਰਿਹਾ ਹੁੰਦਾ ਕਈ ਵਾਰੀ ਵੀ ਇਹ ਕਿੱਥੋਂ ਆ ਗਿਆ, ਮੈਂ ਤਾਂ ਆਪਣੇ ਕੰਮ ਤੇ ਜਾਣਾ ਸੀ, ਇਹ ਐਵੇਂ ਆ ਕੇ ਬੈਠ ਗਿਆ ਇੱਥੇ। ਅੰਦਰ ਕੁਝ ਹੋਰ ਚੱਲ ਰਿਹਾ ਹੁੰਦਾ, ਪਰ ਉੱਪਰੋਂ ਅਸੀਂ ਕਹਿ ਦਿੰਦੇ ਹਾਂ ਬੜੀ ਖੁਸ਼ੀ ਹੋਈ ਜੀ ਤੁਹਾਡੇ ਆਉਣ ਦੀ, ਤੁਸੀਂ ਬੜਾ ਚੰਗਾ ਕੀਤਾ, ਇਹ ਬੜਾ ਪਰਉਪਕਾਰ ਕੀਤਾ ਤੁਸੀਂ। ਭਗਤ ਜੀ ਕਹਿੰਦੇ ਨੇ ਉਹ ਪਰਮਾਤਮਾ ਦਿਲਾਂ ਦੀ ਜਾਣਦਾ, ਉਹਦੇ ਕੋਲੋਂ ਕੋਈ ਗੱਲ ਲੁਕਾਈ ਨਹੀਂ ਜਾ ਸਕਦੀ। ਲੋਕਾਂ ਕੋਲੋਂ ਤਾਂ ਲੁਕਾ ਸਕਦਾ ਪਰ ਰੱਬ ਕੋਲੋਂ ਥੋੜ੍ਹੀ ਲੁਕਾ ਸਕਦਾ, ਕਿਉਂਕਿ ਉਹ ਤੇ ਅੰਦਰ ਦੀ ਜਾਣਦਾ। ਤੇ ਕਹਿਣ ਲੱਗੇ ਤੁਮ ਸੰਸਰ ਨਾਹੀ ਦਿਆਲ, ਕਹਿੰਦੇ ਤੇਰੇ ਜਿੱਡਾ ਕੋਈ ਹੈ ਪਰਮਾਤਮਾ ਦਿਆਲੂ ਨਹੀਂ, ਤੇ ਮੋਹੇ ਸੰਸਰ ਪਾਪੀ, ਤੇ ਮੇਰੇ ਵਰਗਾ ਕੋਈ ਪਾਪੀ ਨਹੀਂ। ਮੈਨੂੰ ਤੂੰ ਆਪ ਹੀ ਇਹਨਾਂ ਵਿਕਾਰਾਂ ਤੋਂ ਬਚਾ। ਮੈਂ ਇਹ ਗੱਲ ਮੰਨਣ ਵਾਸਤੇ ਤਿਆਰ ਹਾਂ ਕਿ ਮੇਰੇ ਵਰਗਾ ਜਗਤ ਵਿੱਚ ਪਾਪੀ ਕੋਈ ਨਹੀਂ, ਔਰ ਤੇਰੇ ਵਰਗਾ ਸੱਚੇ ਪਾਤਸ਼ਾਹ ਕੋਈ ਪਰਉਪਕਾਰੀ ਨਹੀਂ, ਕੋਈ ਦਇਆਵਾਨ ਨਹੀਂ। ਇਸ ਕਰਕੇ ਤੇਰੇ ਚਰਨਾਂ 'ਚ ਅਰਦਾਸ ਹੈ, ਮੈਨੂੰ ਇਹਨਾਂ ਵਿਕਾਰਾਂ ਤੋਂ ਬਚਾ ਲੈ। ਭਾਈ ਗੁਰਦਾਸ ਜੀ ਦਾ ਇੱਕ ਵਚਨ ਕਹਿ ਕੇ ਸਮਾਪਤੀ ਕਰਾਂ। ਭਾਈ ਗੁਰਦਾਸ ਜੀ ਕਹਿੰਦੇ ਹੇ ਮੇਰੇ ਰੱਬ ਮੇਰੇ ਹੈ ਔਗੁਣ, ਤੂੰ ਗੁਣ ਸਾਗਰ ਜਾਤ ਰਸਾਤਲ ਓਟ ਤਿਹਾਰੀ। ਜਿਤਨੇ ਵੀ ਔਗੁਣ ਨੇ ਸਾਰੇ ਮੇਰੇ ਨੇ, ਤੂੰ ਗੁਣਾਂ ਦਾ ਸਮੁੰਦਰ ਹੈ। ਮੈਂ ਰਸਾਤਲ ਨੂੰ ਜਾ ਰਿਹਾ ਸੀ, ਤੇਰੇ ਚਰਨਾਂ ਦਾ ਓਟ ਆਸਰਾ ਲੈ ਲਿਆ। ਬਖਸ਼ਿਸ਼ ਕਰ ਦੇ ਕਿ ਤੇਰਾ ਓਟ ਆਸਰਾ ਲਿਆ, ਮੈਨੂੰ ਇਹਨਾਂ ਵਿਕਾਰਾਂ ਤੋਂ, ਇਹਨਾਂ ਵਾਸਨਾਵਾਂ ਤੋਂ ਮੁਕਤ ਕਰ ਦੇ, ਤਾਂ ਕਿ ਮੇਰਾ ਜੀਵਨ ਸਫਲਾ ਹੋ ਸਕੇ। ਇਸ ਤਰ੍ਹਾਂ ਦੀ ਵਿਚਾਰ ਅੱਜ ਦੇ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਨੇ ਸਾਡੇ ਸਮਕਸ਼ ਰੱਖੀ। ਸੋ ਇਤਨੇ ਵਚਨ ਪ੍ਰਵਾਨ। ਆਪ ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ।